ਮੇਰੇ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਇੱਧਰਲੀ ਅੱਖ ਹੈ ਜੀ, ਉੱਧਰਲੀ ਅੱਖ ਦੀ ਤੇ 3 ਸਾਲਾਂ ਤੋਂ ਰੋਸ਼ਨੀ ਜਿਹੜੀ ਆ ਖ਼ਤਮ ਹੋ ਚੁੱਕੀ ਹੈ ਜੀ। ਚਿੱਟਾ ਮੋਤੀਆ ਸੀ ਤੇ ਦੂਸਰੀ ਅੱਖ ਜਿਹੜੀ ਆ ਉਹ 4-5 ਮਹੀਨੇ ਹੋ ਗਏ ਨੇ, ਉਹ ਦੋਨੋਂ ਅੱਖਾਂ ਦੀ ਰੋਸ਼ਨੀ ਜਿਹੜੀ ਆ ਖ਼ਤਮ ਹੋ ਗਈ ਆ। ਇੱਕ ਮੇਰੇ ਘਰ ਵਾਲੀ ਆ, ਉਹ ਵੀ ਹੈਂਡੀਕੈਪ ਹੈ, ਮੂੰਹ ਤੋਂ ਗੂੰਗੀ ਆ ਤੇ ਇੱਕ ਪਾਸੇ ਨੂੰ ਪੋਲੀਆ ਜੀ, ਇੱਕ ਪਾਸੇ ਵੀ ਖਰਾਬ ਹੈ, ਲੱਤ ਤੋਂ ਲੰਗਾ ਮਾਰ ਕੇ ਤੁਰਦੀ ਆ ਜੀ। ਤੇ 2 ਮੇਰੇ ਬੇਟੇ ਨੇ, ਇੱਕ 3 ਸਾਲ ਦਾ ਜੀ, ਇੱਕ 8-9 ਮਹੀਨਿਆਂ ਦਾ ਜੀ। ਮੇਰੀ ਮੰਗ ਇਹੋ ਹੀ ਆ ਜੀ, ਮੇਰੀਆਂ ਅੱਖਾਂ ਬਣ ਜਾਣ, ਮੈਨੂੰ ਕੋਈ ਪੈਸੇ ਦੀ ਜ਼ਰੂਰਤ ਨਹੀਂ, ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ, ਮੇਰੀਆਂ ਅੱਖਾਂ ਬਣ ਜਾਣ। ਇਸ ਤਰ੍ਹਾਂ ਨਿਗਾਹ ਬੰਦ ਹੋ ਗਈ ਹੈ, ਹੁਣ ਸਾਨੂੰ ਸਗੋਂ ਅੱਗੇ ਨੂੰ ਵੀ ਔਖਾ ਹੋ ਗਿਆ ਵਾ, ਕੀ ਕਰੀਏ। ਛੋਟੇ ਛੋਟੇ ਮੇਰੇ ਪੋਤਰੇ ਨੇ 2, ਉਹਨਾਂ ਦੇ ਨਾ ਲੀੜੇ ਨਾ ਕੱਪੜੇ, ਕੋਈ ਦੇ ਜਾਂਦਾ, ਕੋਈ ਦੇ ਜਾਂਦਾ ਤੇ ਪਾ ਕੇ ਟਾਈਮ ਪਾਸ ਕਰਨੇ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ। ਅਸੀਂ ਇਸ ਸਮੇਂ ਮੌਜੂਦ ਹਾਂ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਨਾਨਕਪੁਰਾ ਥੇ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਤੁਹਾਡੀ ਉਸ ਗੁਰਸਿੱਖ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਦੀ ਪਿਛਲੇ 3 ਸਾਲਾਂ ਤੋਂ ਨਜ਼ਰਾਂ ਜੋ ਨੇ ਉਹ ਖਤਮ ਹੋ ਚੁੱਕੀਆਂ ਨੇ, ਇਹਨਾਂ ਨੂੰ ਦਿਖਾਈ ਨਹੀਂ ਦਿੰਦਾ। ਔਰ ਇਹ ਇੱਕ ਅੰਮ੍ਰਿਤਧਾਰੀ ਸਿੱਖ ਨੇ ਔਰ ਇਹਨਾਂ ਦੇ ਪਰਿਵਾਰ ਦੇ ਜੋ ਹਾਲਾਤ ਨੇ, ਰੋਟੀ ਖਾਣੀ ਵੀ ਬਹੁਤ ਮੁਸ਼ਕਲ ਹੈ ਕਿਉਂਕਿ ਪਿੰਡ ਦੇ ਜੋ ਲੋਕ ਨੇ ਉਹੀ ਇਹਨਾਂ ਦੀ ਜੋ ਮਦਦ ਕਰਦੇ ਆ ਤੇ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ। ਗੱਲਬਾਤ ਕਰਦੇ ਆ। ਹਾਂਜੀ ਭਾਈ ਸਾਹਿਬ, ਕੀ ਮੁਸ਼ਕਲ ਆ ਰਹੀ ਹੈ ਜੀ? ਕਦੋਂ ਤੋਂ ਤੁਹਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ? ਹਾਂਜੀ, ਮੈਂ ਸਤਨਾਮ ਸਿੰਘ, ਪਿੰਡ ਨਾਨਕਪੁਰਾ ਥੇ ਦੇ ਰਹਿਣ ਵਾਲਾ ਜੀ। ਮੇਰੇ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਇੱਧਰਲੀ ਅੱਖ ਹੈ ਜੀ, ਉੱਧਰਲੀ ਅੱਖ ਦੀ ਤੇ 3 ਸਾਲਾਂ ਤੋਂ ਰੋਸ਼ਨੀ ਜਿਹੜੀ ਆ ਖ਼ਤਮ ਹੋ ਚੁੱਕੀ ਹੈ ਜੀ। ਤੇ ਚਿੱਟਾ ਮੋਤੀਆ ਸੀ ਤੇ ਦੂਸਰੀ ਅੱਖ ਜਿਹੜੀ ਆ ਉਹ 4-5 ਮਹੀਨੇ ਹੋ ਗਏ ਨੇ, ਉਹ ਦੋਨੋਂ ਅੱਖਾਂ ਦੀ ਰੋਸ਼ਨੀ ਜਿਹੜੀ ਆ ਖ਼ਤਮ ਹੋ ਗਈ ਆ। ਦੂਸਰੀ ਅੱਖ ਦੀ ਵੀ ਰੋਸ਼ਨੀ ਖ਼ਤਮ ਹੋ ਚੁੱਕੀ ਹੈ ਜੀ। ਤੇ ਮੈਂ ਪਹਿਲਾਂ ਜਦੋਂ ਇੱਕ ਅੱਖ ਦੀ ਰੋਸ਼ਨੀ ਹੈਗੀ ਸੀ ਤੇ ਇੱਕ ਦੀ ਖ਼ਤਮ ਹੋ ਗਈ ਸੀ, ਤੇ ਮੈਂ ਮਿਸਤਰੀਆਂ ਦੇ ਨਾਲ ਮਾੜਾ ਚੰਗਾ ਗੁਜ਼ਾਰਾ ਕਰਦਾ ਸਾਂ ਦਿਹਾੜੀ ਕਰਕੇ ਤੇ ਆਪਣਾ ਟੱਬਰ ਪਾਲਦਾ ਹਾਂ ਜੀ। ਤਾਂ ਭਾਈ ਸਾਹਿਬ, ਹੋਰ ਤੁਹਾਡੇ ਤੋਂ ਇਲਾਵਾ ਘਰ ਦੇ ਵਿੱਚ ਕੋਈ ਹੈ ਜਿਹੜਾ ਤੁਹਾਨੂੰ ਕਮਾ ਕੇ ਖਵਾ ਸਕੇ? ਨਹੀਂ ਜੀ, ਹੋਰ ਮੇਰਾ ਪਿਤਾ ਜੀ ਵੀ ਬੜੇ ਚਿਰ ਦੇ ਗੁਜ਼ਰ ਚੁੱਕੇ ਨੇ ਤੇ ਮੇਰਾ ਭਰਾ ਵੀ ਕੋਈ ਨਹੀਂ ਗਾ ਜਿਹੜਾ ਮੈਨੂੰ ਕੋਈ ਰੋਟੀ ਖਵਾ ਕੇ ਖਵਾਲ ਸਕੇ। ਮੇਰਾ ਕੋਈ ਵੀ ਨਹੀਂ ਗਾ, ਮੈਂ ਹੀ ਇਕੱਲਾ ਕਮਾਉਣ ਵਾਲਾ ਹਾਂ ਤੇ ਮੇਰੀ ਨਜ਼ਰ ਖਤਮ ਹੋ ਗਈ ਹੈ। ਮੇਰੀ ਵੀ ਰੋਜੀ ਰੋਟੀ ਜਿਹੜੀ ਆ ਖਤਮ ਹੋ ਚੁੱਕੀ ਹੈ ਜੀ। ਤਾਂ ਤੁਹਾਡੀ ਕਿਸੇ ਸੰਸਥਾ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਕੀਤੀ ਗਈ ਹੋਵੇ? ਨਹੀਂ ਜੀ, ਕੋਈ ਨਹੀਂ, ਅਜੇ ਮਦਦ ਕੋਈ ਨਹੀਂ ਕੀਤੀ ਗਈ। ਇੱਕ ਅਜਨਾਲੇ ਦੀ ਸੰਸਥਾ ਆ, ਭਾਈ ਅਨੋਖ ਸਿੰਘ ਜੀ, ਉਹ ਸਿਰਫ ਮੈਨੂੰ ਮਹੀਨੇ ਬਾਅਦ ਇੱਕ ਸੌਦਾ ਦਿੰਦੇ ਨੇ ਜ਼ਰੂਰ, 1000-1100 ਰੁਪਏ ਦਾ, ਜਿਹਦੇ ਨਾਲ ਮੇਰੀ ਮਦਦ ਕਰਦੇ ਨੇ ਤੇ ਮੈਂ ਆਪਣੀ ਰੋਟੀ ਖਾਨਾ ਜੀ। ਤਾਂ ਕਦੀ ਕਿਸੇ ਸਿਆਸੀ ਕੋਲੋਂ ਜਾਂ ਕਿਸੇ ਹੋਰ ਕਿ SGPC ਹੈ ਜਿਸ ਤਰ੍ਹਾਂ ਕਿਸੇ ਕੋਲੋਂ ਕੋਈ ਮਦਦ ਮੰਗੀ ਅਜੇ ਤੱਕ? ਨਹੀਂ ਜੀ, ਕੋਈ ਨਹੀਂ ਮਦਦ ਮੰਗੀ ਜੀ, ਨਾ ਕਿਸੇ ਨੇ ਕੀਤੀ ਹੈ ਤੇ ਨਾ ਮੰਗੀ ਆ ਜੀ। ਤਾਂ ਹੁਣ ਫਿਰ ਤੁਹਾਡਾ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਸਿਰਫ ਮਹੀਨੇ ਬਾਅਦ ਇੱਕ NGO ਵੱਲੋਂ ਤੁਹਾਨੂੰ ਰਾਸ਼ਨ ਦਿੱਤਾ ਜਾਂਦਾ ਹੈ, ਤਾਂ ਜੇਕਰ ਕਿਸੇ ਦਵਾਈ ਦਾਰੂ ਦੀ ਜਾਂ ਕੋਈ ਸਬਜ਼ੀ ਜਾਂ ਕੋਈ ਹੋਰ ਵੀ ਘਰ ਦੇ ਵਿੱਚ ਜ਼ਰੂਰਤਾਂ ਹੁੰਦੀਆਂ ਨੇ, ਤਾਂ ਜਦ ਉਹ ਜ਼ਰੂਰਤ ਪੈਂਦੀ ਹੈ ਤਾਂ ਫਿਰ ਤੁਸੀਂ ਆਪਣਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਹੋ? ਫਿਰ ਜੀ ਇਸ ਤਰ੍ਹਾਂ ਹੀ ਮਾੜਾ ਮੋਟਾ 2-4 ਘਰ ਨੇ ਜਿਹੜੇ ਪਿੰਡ ਦੇ ਨੇ, ਉਹ ਵੀ ਗਰੀਬ ਹੀ ਨੇ, ਇੰਨੇ ਜ਼ਿਆਦਾ ਕੋਈ ਜ਼ਿਆਦਾ ਤਗੜੇ ਨਹੀਂ ਗੇ, ਜ਼ਿਆਦਾ ਅਮੀਰ ਨਹੀਂ ਗੇ। ਉਹ ਥੋੜ੍ਹਾ ਬਹੁਤਾ ਮੇਰੇ ਘਰ ਦਾ ਗੁਜ਼ਾਰਾ ਜਿਹੜਾ ਮੇਰੇ ਨਾਲ ਬਾਂਹ ਦੇ ਨਾਲ ਬਾਂਹ ਮਿਲਾਉਂਦੇ ਨੇ, ਹੱਥ ਦੇ ਨਾਲ ਹੱਥ ਮਿਲਾ ਕੇ, ਤੇ ਮੇਰਾ ਗੁਜ਼ਾਰਾ ਜਿਹੜਾ ਜੀ ਚੱਲਦਾ ਜੀ। ਤਾਂ ਹੁਣ ਫਿਰ ਕੀ ਤੁਸੀਂ ਤੁਹਾਡੀ ਮੰਗ ਕੀ ਹੈ, ਕੀ ਚਾਹੁੰਦੇ ਹੋ ਤੁਸੀਂ? ਮੇਰੀ ਮੰਗ ਇਹੋ ਹੀ ਆ ਜੀ, ਮੇਰੀਆਂ ਅੱਖਾਂ ਬਣ ਜਾਣ, ਮੈਨੂੰ ਕੋਈ ਪੈਸੇ ਦੀ ਜ਼ਰੂਰਤ ਨਹੀਂ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੇਰੀਆਂ ਅੱਖਾਂ ਬਣ ਜਾਣ ਤੇ ਮੈਂ ਮੇਰੀ ਰੋਸ਼ਨੀ ਆ ਜਾਵੇ ਤੇ ਮੈਂ ਆਪਣਾ ਗੁਜ਼ਾਰਾ ਕਰ ਸਕਾਂ ਜੀ, ਆਪਣਾ ਟੱਬਰ ਜਿਹੜਾ ਦਿਹਾੜੀ ਕਰਕੇ ਪਾਲ ਸਕਾਂ ਜੀ। ਮੇਰੀ ਇਹੋ ਹੀ ਮੰਗ ਹੈ, ਹੋਰ ਕੋਈ ਮੰਗ ਨਹੀਂ। ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਇਸ ਟਾਈਮ 'ਤੇ? ਮੇਰੇ ਪਰਿਵਾਰ ਦੇ ਵਿੱਚ ਜੀ ਇੱਕ ਮੈਂ ਆ, ਇੱਕ ਮੇਰੀ ਮਾਤਾ ਵਾ, ਇੱਕ ਮੇਰੇ ਘਰ ਵਾਲੀ ਆ, ਉਹ ਵੀ ਹੈਂਡੀਕੈਪ ਹੈ, ਮੂੰਹ ਤੋਂ ਗੂੰਗੀ ਆ ਤੇ ਇੱਕ ਪਾਸੇ ਨੂੰ ਪੋਲੀਆ ਜੀ, ਇੱਕ ਪਾਸੇ ਵੀ ਖਰਾਬ ਹੈ, ਲੱਤ ਤੋਂ ਲੰਗਾ ਮਾਰ ਕੇ ਤੁਰਦੀ ਆ ਜੀ। ਤੇ 2 ਮੇਰੇ ਬੇਟੇ ਨੇ, ਇੱਕ 3 ਸਾਲ ਦਾ ਜੀ, ਇੱਕ 8-9 ਮਹੀਨਿਆਂ ਦਾ ਜੀ।
5 ਪਰਿਵਾਰ ਦੇ ਮੈਂਬਰ ਆ ਅਸੀਂ। ਤਾਂ ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ ਪਤਨੀ ਜਿਹੜੇ ਨੇ ਉਹ ਵੀ ਹੈਂਡੀਕੈਪ ਹੈਗੇ ਆ, ਤਾਂ ਫਿਰ ਮੁਸ਼ਕਲ ਤਾਂ ਕਾਫੀ ਜ਼ਿਆਦਾ ਹੁੰਦੀ ਹੋਣੀ ਹੈ ਤੁਹਾਨੂੰ ਵੀ। ਹਾਂਜੀ ਹਾਂਜੀ, ਮੁਸ਼ਕਲ ਤੇ ਬਹੁਤ ਜ਼ਿਆਦਾ ਜੀ। ਮੁਸ਼ਕਲ ਤੇ ਫਿਰ ਤੁਹਾਨੂੰ ਪਤਾ ਹੀ ਆ, ਮੇਰੇ ਘਰ ਵਾਲੀ ਵੀ ਹੈਂਡੀਕੈਪ ਹੈ, ਮੈਂ ਵੀ ਇਸ ਟਾਈਮ ਹੈਂਡੀਕੈਪ ਹੀ ਗਿਣਿਆ ਜਾਂਦਾ। ਜਿਹਦੀ ਰੋਸ਼ਨੀ ਨਹੀਂ ਹੈਗੀ, ਮਾਤਾ ਮੇਰੀ ਫੜ ਤੜ ਕੇ ਮੈਨੂੰ ਤੇ ਇਸ ਤਰ੍ਹਾਂ ਬਾਹਰ ਅੰਦਰ ਖੜਦੀ ਆ, ਬਾਥਰੂਮ ਵਗੈਰਾ ਜਾਂ ਲੈਟਰਿੰਗ ਵਗੈਰਾ ਜਾਂ ਕਿਤੇ ਹੋਰ ਕਿਤੇ ਵੀ ਜਾਣਾ, ਫੜ ਤੜ ਕੇ ਖੜਦੀ ਆ ਜੀ। ਤਾਂ ਜਿਸ ਤਰ੍ਹਾਂ ਇਹ ਦੇਖ ਰਹੇ ਹਾਂ ਕਿ ਤੁਹਾਡੇ ਘਰ ਦੇ ਹਾਲਾਤ ਵੀ ਬੜੇ ਮਾੜੇ ਨਜ਼ਰ ਆ ਰਹੇ ਆ ਕਿ ਦਰਵਾਜ਼ਾ ਵੀ ਨਹੀਂ ਹੈਗਾ, ਤਾਂ ਕਦੀ ਕਿਸੇ ਸਰਕਾਰੀ ਸੰਸਥਾ ਵੱਲੋਂ ਜਾਣ ਕੇ ਕੋਈ ਜਿਹੜੇ ਪੋਲੀਟੀਕਲ ਬੰਦੇ, ਰਾਜਨੀਤਿਕ ਬੰਦੇ, ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ? ਨਾ ਜੀ, ਕੋਈ ਸੁਣਦਾ ਹੀ ਨਹੀਂ ਜੀ। ਜਿਨ੍ਹਾਂ ਨੂੰ ਵੋਟਾਂ ਪਾਈਦੀਆਂ ਨੇ, ਪਿੰਡ ਦੇ ਲੋਕਾਂ ਨੂੰ ਵੀ ਵੋਟਾਂ ਪਾਈਦੀਆਂ ਨੇ, ਬਸ ਵੋਟਾਂ ਤੱਕ ਸੀਮਿਤ ਰਹਿ ਜਾਂਦੇ ਨੇ। ਵੋਟਾਂ ਤੋਂ ਪਹਿਲੋਂ ਕਹਿੰਦੇ ਨੇ ਸਾਨੂੰ ਵੋਟਾਂ ਪਾਓ, ਅਸੀਂ ਤੁਹਾਡੀ ਕੰਧ ਕਰਾ ਦਿਆਂਗੇ ਜੀ, ਤੁਹਾਡੀ ਮਦਦ ਕਰਾਂਗੇ ਜੀ, ਤੇ ਮੁੜ ਕੇ ਜਦੋਂ ਵੋਟਾਂ ਲੈ ਕੇ ਤੇ ਫਿਰ ਸਾਰੇ ਭੱਜ ਜਾਂਦੇ ਆ ਜੀ, ਮੁੜ ਕੇ ਕੋਈ ਸਾਡੇ ਲਾਗੇ ਨਹੀਂ ਲੱਗਦਾ। ਤਾਂ ਹੁਣ ਮੇਨ ਜਿਹੜਾ ਤੁਹਾਡਾ ਕਹਿਣਾ ਇਹ ਕਿ ਤੁਹਾਡੀ ਅੱਖਾਂ ਦਾ ਆਪਰੇਸ਼ਨ ਹੋ ਜਾਵੇ ਤਾਂ ਤੁਸੀਂ ਫਿਰ ਤੋਂ ਇੱਕ ਵਾਰ ਜਿਸ ਤਰ੍ਹਾਂ ਪਹਿਲਾਂ ਕੰਮ ਤੇ ਜਾਂਦੇ ਸੀ ਦੁਬਾਰਾ ਕੰਮ ਤੇ ਜਾਓ, ਮੇਨ ਮੰਗ ਇਹ ਹੈ ਤੁਹਾਡੀ? ਹਾਂਜੀ, ਇਹੋ ਹੀ ਮੰਗ ਹੈ ਜੀ ਮੇਰੀ, ਹੋਰ ਕੋਈ ਮੰਗ ਨਹੀਂ। ਉਹ ਜਿਹੜੇ ਗਰੀਬ ਵਰਗ ਦੇ ਲੋਕ ਨੇ ਉਹਨਾਂ ਨੂੰ 200 ਯੂਨਿਟ ਮਾਫ ਕੀਤਾ ਹੋਇਆ ਪੰਜਾਬ ਸਰਕਾਰ ਨੇ, ਤਾਂ ਤੁਹਾਡੇ ਵੀ ਬਿਜਲੀ ਦਾ ਜਿਹੜਾ ਬਿੱਲ ਹੈ ਉਹ ਮਾਫ ਹੀ ਹੈ? ਨਹੀਂ ਜੀ, ਮੇਰਾ ਵੀ ਬਿੱਲ ਜਿਹੜਾ ਉਹ 18-19 ਹਜ਼ਾਰ ਰੁਪਈਆ ਖੜਾ ਜੀ। 18-19 ਹਜ਼ਾਰ ਰੁਪਈਆ ਬਿੱਲ ਬਣਿਆ ਜੀ, ਮੇਰਾ ਕੋਈ ਯੂਨਿਟ ਨਹੀਂ ਮਾਫ ਹੈਗਾ, ਕੋਈ ਗੱਲਬਾਤ ਨਹੀਂ ਗੀ। ਮੈਂ ਵੀ ਕਮਜ਼ੋਰੀ ਦੇ ਕਾਰਨ ਆਪਣਾ ਬਿੱਲ ਜਿਹੜਾ ਨਹੀਂ ਤਾਰ ਸਕਿਆ ਜੀ, ਪੈਸੇ ਦੀ ਕਮਜ਼ੋਰੀ ਆ, ਤੇ ਇਸ ਕਰਕੇ ਮੇਰੇ ਕੋਲ ਬਿੱਲ ਵੀ ਨਹੀਂ ਤਰਿਆ ਜੀ। ਬਿੱਲ ਵੀ ਮੇਰਾ ਬਿਲਕੁਲ ਜਮ੍ਹਾਂ ਹੈ, ਕਿਸੇ ਨੇ ਵੀ ਬਿੱਲ ਦਾ ਕੋਈ ਹੱਲ ਨਹੀਂ ਕੀਤਾ। ਤਾਂ ਤੁਸੀਂ ਚਾਹੁੰਦੇ ਹੋ ਕਿ ਬਿੱਲ ਵੀ ਜਿਹੜਾ ਤੁਹਾਡਾ ਆ ਉਹ ਕਿਸੇ ਸੰਸਥਾ ਵੱਲੋਂ ਜਾਂ ਕੋਈ ਸਰਕਾਰ ਵੱਲੋਂ ਮਾਫ ਕਰ ਦਿੱਤਾ ਜਾਵੇ ਜਾਂ ਕਿਸੇ ਸੰਸਥਾ ਵੱਲੋਂ ਤਾਰ ਦਿੱਤਾ ਜਾਵੇ? ਹਾਂਜੀ ਹਾਂਜੀ, ਮੈਂ ਇਹ ਚਾਹੁੰਦਾ ਕਿ ਵੇਖੋ ਮੇਰਾ ਮੀਟਰ ਲੱਗਾ ਰਵੇ ਤੇ ਮੇਰਾ ਦੀਵਾ ਜਗਦਾ ਰਵੇ ਤੇ ਰੋਸ਼ਨੀ ਘਰ 'ਚ ਰਵੇ, ਤੇ ਬਿੱਲ ਜਿਹੜਾ ਮੇਰਾ ਤਾਰਿਆ ਜਾਵੇ, ਭਾਵੇਂ ਕੋਈ ਸੰਸਥਾ ਤਾਰ ਦੇ ਤੇ ਭਾਵੇਂ ਕੋਈ ਸਰਕਾਰ ਤਾਰ ਦੇਵੇ। ਸਰਕਾਰ ਮੇਰਾ ਬਿੱਲ ਵੀ ਮਾਫ ਕਰੇ ਜੀ, ਮੈਂ ਇਹ ਚਾਹੁੰਦਾ ਵਾਂ, ਕਿਉਂਕਿ ਮੈਂ ਵੀ ਗਰੀਬ ਹਾਂ, ਕੋਈ ਕਮਾਈ ਦਾ ਸਾਧਨ ਨਹੀਂ, ਕਮਜ਼ੋਰ ਹਾਂ ਮੈਂ, ਕੋਈ ਪੈਸੇ। ਉਸ ਗੁਰਸਿੱਖ ਦੇ ਮਾਤਾ ਜੀ ਵੀ ਮੌਜੂਦ ਆ, ਗੱਲਬਾਤ ਕਰਦੇ ਹਾਂ ਜੀ। ਮਾਤਾ ਜੀ, ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ? ਬਹੁਤ ਔਖਾ ਜੀ। ਉਦੋਂ ਛੋਟੇ ਛੋਟੇ ਮਸੀਂ ਪਾਲੇ ਹਨ, ਛੋਟੇ ਛੋਟੇ ਹੀ, ਜਦੋਂ ਆਪ ਪੂਰੇ ਹੋ ਗਏ ਨੇ ਮਸੀਂ ਪੁੱਤ ਪਾਲਿਆ ਸੀ, ਵੱਡਾ ਕੀਤਾ ਸੀ। ਬੱਚੇ ਇਸ ਤਰ੍ਹਾਂ ਹੀ ਤੁਹਾਡੇ ਵਰਗਿਆਂ ਨੇ ਬੱਚੇ ਮੇਰੇ ਵਿਆਹ ਤੇ ਹੁਣ ਇਸ ਤਰ੍ਹਾਂ ਨਿਗਾਹ ਬੰਦ ਹੋ ਗਈ ਹੈ। ਹੁਣ ਸਾਨੂੰ ਸਗੋਂ ਅੱਗੇ ਨੂੰ ਵੀ ਔਖਾ ਹੋ ਗਿਆ ਵਾ, ਕੀ ਕਰੀਏ, ਬੜੀ ਤੰਗੀ ਹਰ ਇੱਕ ਗੱਲ ਦੀ ਆ ਗਈ ਆ। ਬੱਤੀ ਦਾ ਬਿੱਲ ਆ ਉਹ ਵੀ ਸਾਡਾ ਬੜਾ ਬਣ ਗਿਆ ਸੀ, ਇਹਨੇ ਸਾਡਾ ਮੀਟਰ ਨਾ ਪੁੱਟਿਆ ਜੇ, ਮੀਟਰ ਸਾਡਾ ਆਪਣੇ ਘਰੇ ਹੀ ਰਹਿ ਜੇ। ਚਲੋ ਬੱਚੇ ਨੇ ਛੋਟੇ ਛੋਟੇ, ਤੇ ਆਪਣੀ ਬੱਤੀ ਜਗਦੀ ਰਵੇ। ਤਾਂ ਮਾਤਾ ਜੀ, ਜਿਸ ਤਰ੍ਹਾਂ ਤੁਹਾਡਾ ਬੇਟਾ ਜਦੋਂ ਕੰਮ ਕਰਦਾ ਸੀ ਤਾਂ ਉਦੋਂ ਨਹੀਂ ਕੋਈ ਮੁਸ਼ਕਲ ਆਉਂਦੀ? ਫਿਰ ਉਦੋਂ ਫਿਰ ਮੁਸ਼ਕਲ ਕਿ ਥੋੜ੍ਹਾ ਬਹੁਤਾ ਬਾਹਰੋਂ ਲੈ ਆਉਂਦਾ ਸੀ ਅਤੇ ਆਪਣਾ ਮਾੜਾ ਮੋਟਾ ਗੁਜ਼ਾਰਾ ਹੁੰਦਾ ਜਾਂਦਾ ਸੀ। ਹੁਣ ਗੁਜ਼ਾਰਾ ਕਾਹਦੇ ਸਿਰ 'ਤੇ ਕਰੀਏ, ਕੋਈ ਸਾਨੂੰ ਗੱਲ ਨਹੀਂ ਹੁਣ ਆਉਂਦੀ, ਹੁਣ ਕਿੱਥੋਂ ਲਿਆਈਏ। ਦੋ ਵੀ ਹੋਣ ਤੇ ਚਲੋ ਇੱਕ ਇਸ ਤਰ੍ਹਾਂ ਦੂਜਾ ਹੀ ਕਮਾ ਕੇ ਲਿਆਵੇ, ਹੁਣ ਸਾਨੂੰ ਆਸਰਾ ਹੀ ਕੋਈ ਨਹੀਂ ਗਾ। ਤਾਂ ਫਿਰ ਮਾਤਾ ਜੀ, ਜਦੋਂ ਤਾਂ ਬੇਟੇ ਦੀਆਂ ਅੱਖਾਂ ਬਿਲਕੁਲ ਹੀ ਰੋਸ਼ਨੀ ਜਿਹੜੀ ਬੰਦ ਹੋ ਗਈ, ਤਾਂ ਫਿਰ ਉਸ ਤੋਂ ਬਾਅਦ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਤੁਹਾਡੇ? ਇਸ ਤਰ੍ਹਾਂ ਚੱਲੀ ਜਾਂਦਾ। ਇਸ ਤਰ੍ਹਾਂ ਹੀ ਘਰ ਵਿੱਚ ਕਈ ਜਿਹੜੇ ਮਾੜੇ ਗਰੀਬ ਨੇ, ਬਹੁਤੇ ਜ਼ਿਆਦਾ ਜਿਹੜੇ ਜਰਾ ਕਿ ਤਗੜੇ ਨੇ, ਉਹ ਸਾਡੀ ਮਦਦ ਕਰਦੇ ਆ ਅਤੇ ਸਾਡਾ ਮਾੜਾ ਮੋਟਾ ਟਾਈਮ ਪਾਸ ਹੋਈ ਜਾਂਦਾ ਵਾ। ਨਹੀਂ ਤਾਂ ਕਾਹਦੇ ਸਿਰ 'ਤੇ ਹੋਣਾ। ਛੋਟੇ ਛੋਟੇ ਮੇਰੇ ਪੋਤਰੇ ਨੇ ਦੋ, ਉਹਨਾਂ ਦੇ ਨਾ ਲੀੜੇ ਨਾ ਕੱਪੜੇ, ਕੋਈ ਦੇ ਜਾਂਦਾ, ਕੋਈ ਦੇ ਜਾਂਦਾ, ਅਤੇ ਪਾ ਕੇ ਟਾਈਮ ਪਾਸ ਕਰਨੇ ਆ। ਤਾਂ ਮਾਤਾ ਜੀ, ਜਿਹੜੀ ਤੁਹਾਡੀ ਨੂੰਹ ਹੈਗੀ ਆ ਹੈ ਨਾ, ਉਹ ਵੀ ਮਤਲਬ ਦੱਸਿਆ ਜਿਵੇਂ ਕਿ ਤੁਸੀਂ ਹੈਂਡੀਕੈਪ ਆ, ਹਾਂਜੀ। ਤਾਂ ਫਿਰ ਕਿੰਨਾ ਕੁ ਮੁਸ਼ਕਲ ਆਉਂਦੀ ਤੁਹਾਨੂੰ ਘਰ ਦੇ ਵਿੱਚ ਕਿ ਬੇਟਾ ਜਿਹੜਾ ਉਹਨੂੰ ਨਜ਼ਰ ਨਹੀਂ ਆਉਂਦਾ, ਨੂੰਹ ਜਿਹੜੀ ਆ ਹੈਂਡੀਕੈਪ ਆ, ਅਤੇ ਫਿਰ ਕੰਮ ਤੁਹਾਨੂੰ ਕਰਨਾ ਪੈਂਦਾ ਸਾਰਾ? ਹਾਂਜੀ, ਸਾਨੂੰ ਕਰਨਾ ਪੈਂਦਾ, ਮੈਨੂੰ ਕਰਨਾ ਪੈਂਦਾ ਜੀ। ਨਾਲੇ ਪੁੱਤ ਨੂੰ ਬਾਹਰ ਅੰਦਰ ਖਾਣਾ ਪੈਂਦਾ, ਨਾਲੇ ਬੱਚੇ ਫੜਨੇ ਪੈਂਦੇ ਆ। ਉਹਦੀ ਇੱਕ ਤਾਂ ਜ਼ਬਾਨ ਨਹੀਂ ਗੀ, ਇੱਕ ਉਹਨੂੰ ਵੀ ਧਰਿਆ ਨਹੀਂ, ਉਹਦੇ ਕੋਲ ਧਰਿਆ ਫਿਰਿਆ ਨਹੀਂ ਗਿਆ ਜਾਂਦਾ। ਬਹੁਤ ਮੁਸ਼ਕਲ ਆ, ਬਹੁਤ ਚੀਜ਼ਾਂ ਦੀ, ਕੀ ਕਰੀਏ ਹੁਣ, ਟਾਈਮ 'ਤੇ ਪਾਸ ਕਰਨਾ ਹੀ ਆ ਨਾ ਮਾੜਾ ਮੋਟਾ। ਤਾਂ ਮਾਤਾ ਜੀ, ਫਿਰ ਕਿਸੇ ਸੰਸਥਾ ਵੱਲੋਂ, ਜਿਵੇਂ ਤੁਹਾਡੇ ਬੇਟੇ ਨੇ ਦੱਸਿਆ ਸੀ ਕਿ ਕਰਿਆਨੇ ਦਾ ਸਮਾਨ ਜਿਹੜਾ 1 ਮਹੀਨੇ ਬਾਅਦ ਕੋਈ NGO ਦੇ ਜਾਂਦੀ ਆ, ਤਾਂ ਉਸ ਤੋਂ ਇਲਾਵਾ ਕਦੀ ਕਿਸੇ ਪਿੰਡ ਦੇ ਜਿਹੜੇ ਮੋਹਤਬਾਰ ਹੈਗੇ ਇੱਥੇ ਕਿਸੇ ਨੇ ਤੁਹਾਡੀ ਅੱਗੇ ਬਾਂਹ ਫੜੀ ਹੈ? ਨਾ ਜੀ, ਕਿਸੇ ਨੇ ਨਹੀਂ ਫੜੀ। ਕੌਣ ਫੜਦਾ ਜੀ ਬਾਂਹ? ਕੋਈ ਨਹੀਂ ਜੀ ਫੜਦਾ, ਕੋਈ ਬਾਂਹ ਕੋਈ ਫੜਦਾ ਵਾ। ਹਾਂਜੀ।
ਕਿਸੇ ਰਿਸ਼ਤੇਦਾਰ ਵੱਲੋਂ ਵੀ ਨਹੀਂ ਕਦੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਤੁਹਾਡੀ ਮਦਦ ਕੀਤੀ ਗਈ ਹੋਵੇ? ਨਾ ਜੀ, ਕਿਸੇ ਨੇ ਨਹੀਂ ਕੀਤੀ। ਸਾਨੂੰ ਕਿਸੇ ਨੇ ਪੁੱਛਿਆ ਨਹੀਂ ਵੀ ਕੀ ਹਾਲ ਹੈ ਤੁਹਾਡਾ। ਇਸ ਟਾਈਮ ਤੇ ਕੋਈ ਨਹੀਂ ਕਿਸੇ ਦਾ ਬਣਦਾ। ਕੀ ਕਰੀਏ ਫਿਰ, ਹੁਣ ਵਕਤ ਤੇ ਪੂਰਾ ਕਰਨਾ ਹੀ, ਆਪਣਾ ਟਾਈਮ ਚ ਪਾਸ ਕਰਨਾ ਹੀ ਆ। ਹੁਣ ਕੀ ਕਰੀਏ ਫਿਰ, ਸਾਰੇ ਕੰਮ ਆਪ ਨੂੰ ਕਰਨੇ ਪੈਂਦੇ ਨੇ। ਮਨ ਬੜਾ ਦੁਖੀ ਹੁੰਦਾ। ਹਾਂਜੀ। ਤਾਂ ਮਾਤਾ ਜੀ ਜਿਵੇਂ ਤੁਹਾਡੇ ਘਰ ਦੇ ਜਿਹੜੇ ਦਰਵਾਜ਼ੇ ਨਹੀਂ ਹੈਗੇ ਤਾਂ ਫਿਰ ਇਹ ਵੀ ਮੁਸ਼ਕਲ ਹੁੰਦੀ ਹੋਣੀ ਆ? ਬੜੀ ਜੀ, ਕੁੱਤੇ ਬਿੱਲੇ ਵੀ ਲੰਘ ਜਾਂਦੇ ਨੇ, ਕਈ ਵਾਰ ਅੰਦਰ ਵੜ ਜਾਂਦੇ, ਰੋਟੀਆਂ ਵੀ ਲੈ ਜਾਂਦੇ ਨੇ। ਕੀ ਕਰੀਏ ਫਿਰ ਹੁਣ, ਜੇ ਕੋਈ ਪੈਸੇ ਹੋਣ ਤਾਂ ਫਿਰ ਕੁਛ ਕਰੀਏ। ਮਹੀਨਾ ਹੋ ਗਿਆ ਮੈਨੂੰ ਖੰਘ ਲੱਗੀ ਨੂੰ, ਕੋਈ ਪੈਸੇ ਦਾ ਨਹੀਂ, ਕੋਈ ਸਾਧਨ ਨਹੀਂ ਗਾ, ਤੇ ਦਵਾਈ ਕਾਹਦੇ ਸਿਰ 'ਤੇ ਲਿਆਈਏ। ਬਹੁਤ ਆ। ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਅਸੀਂ ਆਣ ਕੇ ਦੇਖਿਆ ਬਹੁਤ ਮਾੜੇ ਹਾਲਾਤ ਨੇ ਘਰ ਦੇ, ਕਿ ਬੇਟੇ ਨੂੰ ਨਜ਼ਰ ਨਹੀਂ ਆਉਂਦਾ ਔਰ ਨੂੰਹ ਜਿਹੜੀ ਹੈਂਡੀਕੈਪ ਆ, ਐਡੇ ਮਾੜੇ ਹਾਲਾਤ ਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਵੇਖੋ ਜੀ, ਜਿਹੜੇ ਅੱਜ ਇਹਨਾਂ ਦੇ ਹਾਲਾਤ ਆ ਨਾ, ਇਹ ਪਰਿਵਾਰ ਦਾ ਇੱਕ ਜੀਣਾ ਮੁਸ਼ਕਲ ਹੋਇਆ ਹੈ। ਇੱਕੋ ਹੀ ਲੜਕਾ ਸੀ, ਉਹ ਵੀ ਇੰਨਾ ਹੋ ਗਿਆ। 2 ਇਹਦੇ ਬੱਚੇ ਆ, ਇੱਕ ਇਹਦੀ ਮਾਤਾ ਵਾ, ਇੱਕ ਆਂਗੀਣ ਇਹਦੀ ਘਰ ਦੀ ਆ। ਕੋਈ ਵੀ ਕਮਾਈ ਵਾਲਾ ਬੰਦਾ ਨਹੀਂ ਹੈ। ਜਦੋਂ ਘਰ 'ਚ ਕਮਾਈ ਵਾਲਾ ਨਹੀਂ ਜੇ ਖਾਣਾ ਕਿੱਥੋਂ ਆ? ਵੇਖੋ ਪਿੰਡ ਵਿੱਚੋਂ ਕਿੰਨਾ ਕੁ ਕੋਈ ਕਿਸੇ ਨੂੰ ਦਿੰਦਾ, ਕੋਈ ਨਹੀਂ ਦਿੰਦਾ। ਜੇ ਕੋਈ ਦਿੰਦਾ ਵੀ ਆ ਤੇ ਦੂਜਾ ਟੀਚਰ ਕਰੂਗਾ, ਲੈ ਇਹ ਖਾਣ ਵਾਸਤੇ ਡਿਆ ਈ, ਜਿਹੜਾ ਦਿੰਦਾ ਉਹ ਵੀ ਹਟ ਜਾਂਦਾ। ਇਸ ਕਰਕੇ ਮਾਲਕੀ ਦਵੇ ਦੇ ਫੇਰ ਹੀ ਪੂਰੀ ਪੈਂਦੀ ਆ। ਅਤੇ ਇਹ ਵਿਚਾਰਾ ਅੰਨਾ ਬੰਦਾ ਵਾ, ਇਹਦੀ ਵੱਧ ਤੋਂ ਵੱਧ ਜਿੰਨੀ ਮਦਦ ਹੁੰਦੀ ਆ ਇਹ ਕਰਨੀ ਚਾਹੀਦੀ ਆ। ਬਹੁਤ ਜ਼ਿਆਦਾ ਇਹ ਮਜਬੂਰ ਆ। ਇਹਦੇ ਬਾਰੇ ਜਿੰਨਾ ਇਹ ਤੰਗ ਵਾ, ਔਖਾ ਪਰਿਵਾਰ ਆ, ਮੈਂ ਕੁਛ ਦੱਸ ਨਹੀਂ ਸਕਦਾ। ਇੰਨਾ ਤੰਗ ਪਰਿਵਾਰ ਆ ਇਹ। ਅਤੇ ਇਹਦੀ ਜਿੱਦਾਂ ਵੀ ਹੋ ਸਕਦਾ ਵਾ, ਇਹਦੀ ਸੰਸਥਾ ਮਦਦ ਕਰੇ ਅਤੇ ਬਹੁਤ ਬਹੁਤ ਉਹਨਾਂ ਦੀ ਮਿਹਰਬਾਨੀ। ਹੁਣ ਘਰ ਦਾ ਬਿੱਲ ਵਾ ਅਤੇ 20-22 ਹਜ਼ਾਰ ਰੁਪਈਆ ਬਿੱਲ ਹੋਇਆ। ਉਹ ਬੱਤੀ ਵਾਲੇ ਆਉਂਦੇ ਆ, ਚਲੋ ਨਹੀਂ ਅਜੇ ਕੱਟਿਆ, ਉਹਨਾਂ ਨੂੰ ਕੱਟ ਕੇ ਲਾਈ ਜਾਣਾ। ਅਤੇ ਨਿੱਕੇ ਨਿੱਕੇ ਬੱਚੇ ਆ, ਉਹਨਾਂ ਨੇ ਖਾਣ ਨੂੰ ਵੀ ਮੰਗਦੇ ਆ, ਰੋਂਦੇ ਆ ਵਿਚਾਰੇ ਨਿੱਕੇ ਨਿੱਕੇ। ਬੜੀ ਮੁਸ਼ਕਿਲ ਹੋਈ ਆ ਉਹਨਾਂ ਨੂੰ, ਮਾਤਾ ਨੂੰ ਬੱਚੇ ਪਾਲਣੇ ਜਦੋਂ ਲਾਗੇ ਰੋਂਦੇ ਆ। ਇਸ ਕਰਕੇ ਸੰਸਥਾ ਨੂੰ ਚਾਹੀਦਾ ਵੀ ਕਿਸੇ ਨੂੰ ਉਹਦੀ ਮਿਹਰਬਾਨੀ, ਉਹ ਇਹਨਾਂ ਦੀ ਮਦਦ ਕਰੇ ਅਤੇ ਇਹਨਾਂ ਦੀ ਜਿਹੜੀਆਂ ਅੱਖਾਂ ਨੇ ਉਹ ਬਣ ਜਾਣ। ਜੇ ਅੱਖਾਂ ਬਣ ਜਾਣ ਅਤੇ ਇਹਨਾਂ ਦਾ ਮਸਲਾ ਇਹ ਵੀ 50-60-70% ਸਹੀ ਹੋ ਸਕਦਾ ਹੈ। ਅਤੇ ਇਹਨਾਂ ਦੀਆਂ ਮਿਹਰਬਾਨੀ ਕਰਕੇ ਅੱਖਾਂ ਇਹਨਾਂ ਦੀਆਂ ਬਣਨੀਆਂ ਚਾਹੀਦੀਆਂ ਨੇ ਜ਼ਰੂਰੀ। ਅਸੀਂ 2 ਥਾਂ ਦਿਖਾਈਆਂ ਨੇ, ਉੱਥੋਂ ਨਹੀਂ ਬਣੀਆਂ। ਉਹਨਾਂ ਵੀ ਉਹ ਕਿਹਾ ਵਾ ਡਾਕਟਰਾਂ ਨੇ ਵੀ ਇਹਨੂੰ ਚੰਡੀਗੜ੍ਹ ਤੋਂ ਇਹਨੂੰ ਦਿਖਾਓ, PGI ਤੋਂ। ਅਤੇ ਇਸ ਕਰਕੇ ਇਹ PGI ਜਾ ਨਹੀਂ ਸਕਦਾ, ਵਿਚਾਰੇ ਕੋਈ ਖਰਚਾ ਹੈ ਨਹੀਂ ਗਾ। ਅਤੇ ਇੰਨਾ ਖਰਚਾ ਹੁਣ ਕੋਈ ਦਵੇ ਦੇ ਫੇਰ ਆ, ਅਤੇ ਕੋਈ ਇੰਨਾ ਖਰਚਾ ਕੌਣ ਦਿੰਦਾ ਵਾ? ਇਹਦੇ PGI ਜਾਣ ਵਾਸਤੇ ਸੰਸਥਾ ਹੀ ਮਿਹਰਬਾਨੀ ਕਰੇ ਅਤੇ ਇਹਦੀਆਂ ਅੱਖਾਂ ਬਣ ਸਕਦੀਆਂ ਨੇ। ਮੈਂ ਅਸੀਂ ਇਹੋ ਗੱਲ ਕਰਦੇ ਹਾਂ ਵੀ ਇਹਦੀਆਂ ਵਿਚਾਰੇ ਦੀਆਂ ਅੱਖਾਂ ਬਣ ਜਾਣ ਅਤੇ ਇਹਦੇ ਘਰ ਜਿਹੜਾ ਵਾ ਉਹ ਬੱਚੇ ਨਿੱਕੇ ਨਿੱਕੇ ਪਲ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰਕ ਮੈਂਬਰ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਾਈ ਆ, ਔਰ ਅਸੀਂ ਇਹ ਗੱਲ ਸਾਡੇ ਚੈਨਲ ਵੱਲੋਂ ਵੀ ਅਸੀਂ ਅਪੀਲ ਕਰਦੇ ਹਾਂ ਕਿ ਜੋ ਪੰਜਾਬ ਦੀਆਂ NGOs ਨੇ ਉਹ ਪਲੀਜ਼ ਇਹਨਾਂ ਦੀ ਮਦਦ ਕਰੋ, ਤਾਂ ਜੋ ਇਹਨਾਂ ਦੀਆਂ ਅੱਖਾਂ ਠੀਕ ਹੋ ਸਕਣ, ਇਹਨਾਂ ਨੂੰ ਦਿਖਾਈ ਦੇ ਸਕੇ, ਔਰ ਇਹ ਆਪਣੀ ਜਿਹੜੀ ਕਿਰਤ ਦੀ ਕਮਾਈ ਆ ਉਸ ਨਾਲ ਆਪਣਾ ਘਰ ਪਾਲ ਸਕਣ। ਤੁਸੀਂ ਇਸ ਤਰ੍ਹਾਂ ਜੁੜੇ ਰਹੋ ਹਮਦਰਦ TV ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ। ਕੈਮਰਾਮੈਨ ਰਾਣਾ ਬਲ ਦੇ ਨਾਲ ਪ੍ਰਦੀਪ ਅਰੋੜਾ, ਹਮਦਰਦ TV, ਅਜਨਾਲਾ।